इंडिया और पाकिस्तान के बॉर्डर के विच ਅਸੀਂ ਦਿਖਾਂਗੇ ਸਾਡੇ ਪਿੱਛੇ ਇਹ ਇੰਡੀਆ ਦਾ ਫਲੈਗ। ਇਹ ਉਹ ਸਥਾਨ ਹੈ ਜਿੱਥੇ ਮੰਨਿਆ ਜਾਂਦਾ ਹੈ ਵੀ ਉਹਨਾਂ ਨੂੰ ਇੱਥੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਸੀ ਕੀਤਾ ਗਿਆ। ਸਮਾਧੀ ਪੰਜਾਬ ਮਾਤਾ ਜਿੱਥੇ ਅਸੀਂ ਇਸ ਵੇਲੇ ਖੜੇ ਹਾਂ ਉਹਦਾ ਹੀ ਮੈਂ ਪੜ੍ਹ ਕੇ ਸੁਣਾਉਣਾ। ਸ਼੍ਰੀਮਤੀ ਵਿਦਿਆਵਤੀ ਦਾ ਜਨਮ ਪਿੰਡ ਮੋਰਾਂਵਾਲੀ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ। ਆਪ ਇੱਥੇ ਹੀ ਵੱਡੇ ਹੋਏ ਅਤੇ ਮੁੱਢਲੀ ਵਿੱਦਿਆ ਇੱਥੋਂ ਹੀ ਪ੍ਰਾਪਤ ਕੀਤੀ। ਆਪ ਜੀ ਦਾ ਵਿਆਹ ਖਟਕੜ ਕਲਾਂ ਦੇ ਉਸਤਾਦ ਕਿਸ਼ਨ ਸਿੰਘ ਸਪੁੱਤਰ ਉਸਤਾਦ ਅਰਜਨ ਸਿੰਘ ਨਾਲ ਹੋਇਆ। ਜਿਸ ਵੇਲੇ 1971 ਦੀ ਵਾਰ ਹੋਈ ਹੈ ਅਤੇ ਇਹ ਸਾਰੇ ਏਰੀਏ ਨੂੰ ਡਿਸਟਰਾਏ ਕਰ ਦਿੱਤਾ ਸੀ ਔਰ ਇਹ ਏਰੀਆ ਜਿਹੜਾ ਸੀ ਇਹ ਪਾਕਿਸਤਾਨ ਦੇ ਕਬਜ਼ੇ ਵਿੱਚ ਆ ਗਿਆ ਸੀ ਔਰ ਇੱਥੇ ਜਿਹੜੇ ਬੁੱਤ ਸੀ ਉਹ ਵੀ ਪਾਕਿਸਤਾਨ ਵਾਲੇ ਲੈ ਗਏ ਸਨ। ਉਸ ਵੇਲੇ ਦਾ ਸਥਾਨ ਹੈ ਜੀ। ਇਹ ਜਿਹੜੀ ਟ੍ਰੇਨ ਫਿਰੋਜ਼ਪੁਰ ਤੋਂ ਕਸੂਰ ਨੂੰ ਜਾਂਦੀ ਸੀ ਇਹ ਇੱਥੋਂ ਲੰਘਦੀ ਸੀ ਜੀ। ਇਹ ਉਹਦਾ ਇੱਕ ਮਾਡਲ ਤਿਆਰ ਕੀਤਾ ਜਾ ਰਿਹਾ ਇਸ ਵੇਲੇ। ਇੱਥੋਂ ਟ੍ਰੇਨ ਜਿਹੜੀ ਹੈ ਲੰਘ ਕੇ ਕਸੂਰ ਨੂੰ ਜਾਂਦੀ ਸੀ ਜੀ। पाकिस्तान और ये इंडिया दोनों के बॉर्डर साइड ਨਾਲ ਅਸੀਂ ਪ੍ਰੇਅਰ ਕਰ ਰਹੇ ਹਾਂ ਕਿ ਸੱਚੇ ਪਾਤਸ਼ਾਹ ਜੋ ਕਰੋਨਾ ਦੇ ਵਿੱਚ ਅਕਾਲ ਮ੍ਰਿਤੂ ਲੋਕ ਮਰੇ ਨੇ, ਛੋਟੇ ਛੋਟੇ ਬੱਚੇ ਅਨਾਥ ਹੋ ਗਏ ਜੀ ਔਰ ਕਈ ਮਾਂ-ਬਾਪ ਐਸੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਚਲੇ ਗਏ ਜੀ, ਕਈ ਭੈਣਾਂ ਵਿਧਵਾ ਹੋ ਗਈਆਂ, ਕਈ ਮਾਵਾਂ ਦੀ ਗੋਦ ਸੁਣੀ ਹੋ ਗਈ। ਥਾਨ ਹੁਸੈਨੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਵਿੱਚ ਇਸ ਵੇਲੇ ਅਸੀਂ ਖੜੇ ਹਾਂ। ਇਹ ਉਹ ਸਮਾਰਕ ਹੈ, ਉਹ ਸ਼ਹੀਦੀ ਸਥਾਨ ਹੈ ਜਿੱਥੇ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਅੰਤਿਮ ਸੰਸਕਾਰ ਨਿਸ਼ਾਨ ਜਿਹੜੇ ਨੇ ਲੱਗੇ ਹੋਏ ਨੇ। ਇਹ ਜਦੋਂ 65 ਤੇ 71 ਦੀ ਵਾਰ ਹੋਈ ਹੈ ਇਹ ਗੋਲੀਆਂ ਦੇ ਨਿਸ਼ਾਨ ਜਿਹੜੇ ਨੇ, ਗੋਲੀਆਂ ਦੇ ਨਿਸ਼ਾਨ ਜਿਹੜੇ ਨੇ ਲੱਗੇ ਹੋਏ ਗੋਲੇ ਦੇ ਨੇ। ਨਿਸ਼ਾਨ ਸਾਫ਼ ਦਿਖ ਰਹੇ ਨੇ, ਗੋਲੇ ਦੇ ਨਿਸ਼ਾਨ। ਸਮਾਰਕ ਜਿਹੜੇ ਬਣੇ ਹੋਏ ਨੇ, ਜਿਹੜੀ 1971 ਦੇ ਵਿੱਚ ਵਾਰ ਹੋਈ ਹੈ ਉਹਦੇ ਜਿਹੜੇ ਸ਼ਹੀਦ ਨੇ ਇਹ ਉਹਨਾਂ ਦੀ ਯਾਦ ਵਿੱਚ ਹੈ। ਔਰ ਇਹ ਜਿਹੜਾ ਟਾਵਰ ਸੀ ਇਹਨੂੰ ਵੀ ਕੈਸਰੇ ਹਿੰਦ ਟਾਵਰ ਜਿਹੜਾ ਕਿਹਾ ਜਾਂਦਾ ਸੀ। ਸਰਦਾਰ ਭਗਤ ਸਿੰਘ ਦੇ ਮਾਤਾ ਜੀ ਮਾਤਾ ਵਿਦਿਆਵਤੀ ਜੀ ਉਹਨਾਂ ਨੇ ਵੀ ਵਸੀਅਤ ਇਹ ਕੀਤੀ ਸੀ ਕਿ ਮੈਂ ਆਪਣੇ ਬੱਚਿਆਂ ਕੋਲੇ ਰਹਿਣਾ ਚਾਹੁੰਦੀ ਹਾਂ। ਇਸ ਕਰਕੇ ਮਾਤਾ ਜੀ ਦਾ ਸੰਸਕਾਰ ਜਿਹੜਾ ਸੀ ਇੱਥੇ ਕੀਤਾ ਗਿਆ ਔਰ ਉਹਨਾਂ ਦੀ ਸਮਾਧੀ ਜਿਹੜੀ ਸੀ ਉਹ ਇੱਥੇ ਬਣਾਈ ਗਈ। ਸਤਲੁਜ ਇਹ ਜਿਹੜਾ ਸਾਹਮਣੇ ਪਿੱਲਰ ਦਿਖਾਈ ਦੇ ਰਿਹਾ ਹੈ ਇਹ ਪਿੱਲਰ ਦੇ ਉੱਤੋਂ ਟ੍ਰੇਨ ਜਿਹੜੀ ਸੀ ਇੱਧਰ ਨੂੰ ਆਉਂਦੀ ਹੁੰਦੀ ਸੀ ਜੀ। ਇਹ ਪਿੱਲਰ ਨੇ ਅੱਗੇ ਸਤਲੁਜ ਦਰਿਆ ਪਹਿਲਾਂ ਇੱਥੇ ਸੀ, ਹੁਣ ਅੱਗੇ ਚਲਾ ਗਿਆ। ਉਹਦੇ ਵਿੱਚ ਹੁਣ ਵੀ ਪਿੱਲਰ ਜਿਹੜੇ ਨੇ ਖੜੇ ਨੇ। दास सिंह न्यूज़ चैनल 'ਚ ਦੇਖਣ ਵਾਲੀ ਸੰਗਤਾਂ ਦਾ ਸਵਾਗਤ ਹੈ। ਤੁਹਾਡਾ ਦਾਸ ਗੁਰਪ੍ਰੀਤ ਸਿੰਘ ਔਰ ਅਸੀਂ ਮੌਜੂਦ ਹੈ ਫਿਰੋਜ਼ਪੁਰ 'ਚ ਆ ਹੈ ਹੁਸਨ ਵਾਲਿਆ। ਇੱਥੇ ਹਮ ਮੌਜੂਦ ਹੈ, ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਹੈਗੇ। ਡਾਕਟਰ ਸਾਹਿਬ ਤੁਹਾਡਾ ਨਾਂ ਕੀ ਹੈ ਪਹਿਲਾਂ? ਡਾਕਟਰ ਰਾਮੇਸ਼ਵਰ ਸਿੰਘ। ਤਾਂ ਅੱਗੇ ਦੀ ਹਿਸਟਰੀ ਡਾਕਟਰ ਸਾਹਿਬ ਨੇ ਦੱਸਣੀ ਹੈ ਪੂਰੀ। ਚੱਲਦੇ ਅਸੀਂ ਡਾਕਟਰ ਸਾਹਿਬ ਜਿਹੜੇ ਨਾਲ ਚੱਲ ਰਹੇ ਨੇ। ਇਹ ਸਥਾਨ ਹੁਸੈਨੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਵਿੱਚ ਇਸ ਵੇਲੇ ਅਸੀਂ ਖੜੇ ਹਾਂ। ਇਹ ਉਹ ਸਮਾਰਕ ਹੈ, ਉਹ ਸ਼ਹੀਦੀ ਸਥਾਨ ਹੈ ਜਿੱਥੇ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਅੰਤਿਮ ਸੰਸਕਾਰ ਅੰਗਰੇਜ਼ਾਂ ਨੇ ਜਦੋਂ ਉਹਨਾਂ ਨੂੰ ਲਾਹੌਰ ਵਿੱਚ ਫਾਂਸੀ ਦੇਣ ਤੋਂ ਬਾਅਦ ਉਹ ਇੱਕਦਮ ਉੱਥੋਂ ਉਹਨਾਂ ਦੀਆਂ ਦੇਹਾਂ ਨੂੰ ਉਹ ਕੱਢ ਕੇ ਲੈ ਕੇ ਆਏ ਔਰ ਇਹ ਇੱਕ ਜੰਗਲ ਬਿਆਬਾਨ ਸਥਾਨ ਸੀ ਔਰ ਇੱਥੇ ਉਹਨਾਂ ਨੇ ਉਹਨਾਂ ਦਾ ਸੰਸਕਾਰ ਕੀਤਾ। ਡਾਕਟਰ ਸਾਹਿਬ ਮੈਂ ਪਿੱਛੇ ਦੇਖ ਰਿਹਾ ਟ੍ਰੇਨ ਬਣੀ ਹੋਈ ਹੈ, ਇਹਦੇ ਬਾਰੇ ਕੀ ਹਿਸਟਰੀ ਹੈ ਇਹਦੀ ਪਿੱਛੇ? ਇਹ ਉਸ ਵੇਲੇ ਦਾ ਸਥਾਨ ਹੈ ਜੀ। ਇਹ ਜਿਹੜੀ ਟ੍ਰੇਨ ਫਿਰੋਜ਼ਪੁਰ ਤੋਂ ਕਸੂਰ ਨੂੰ ਜਾਂਦੀ ਸੀ ਇਹ ਇੱਥੋਂ ਲੰਘਦੀ ਸੀ ਜੀ। ਇਹ ਉਹਦਾ ਇੱਕ ਮਾਡਲ ਤਿਆਰ ਕੀਤਾ ਜਾ ਰਿਹਾ ਇਸ ਵੇਲੇ। ਇੱਥੋਂ ਟ੍ਰੇਨ ਜਿਹੜੀ ਹੈ ਲੰਘ ਕੇ ਕਸੂਰ ਨੂੰ ਜਾਂਦੀ ਸੀ ਜੀ। ਜਦ ਪਾਕਿਸਤਾਨ ਔਰ ਇੰਡੀਆ ਵਿਛੜ ਹੋਏ ਸੀ ਉਹਦੀ ਹਾਂਜੀ ਉਸ ਵੇਲੇ ਇੱਥੇ ਰੇਲਵੇ ਲਾਈਨ ਸੀ ਜੀ ਜਿਹੜੀ ਹੁਸੈਨੀਵਾਲ। ਹੁਣ ਵੀ ਜਦੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸਮਾਗਮ ਹੁੰਦਾ ਹੈ, ਉਹਨਾਂ ਦਾ ਸ਼ਹੀਦੀ ਦਿਨ ਹੁੰਦਾ ਹੈ, ਉਸ ਦਿਨ ਹੁਣ ਵੀ ਜਿਹੜੀ ਟ੍ਰੇਨ ਹੈ ਹੁਸੈਨੀਵਾਲੇ ਤੱਕ ਆਉਂਦੀ ਹੈ। ਤਾਂ ਅੰਦਰ ਦੇਖ ਸਕਦੇ ਹਾਂ ਪੁਲ, ਦੇਖ ਸਕਦੇ ਹੋ ਟੁੱਟੇ ਹੋਏ ਪੁਲ। ਤਾਂ ਅੰਦਰ ਚੱਲਦਾ ਸੰਗਤ ਜੀ ਜੋ ਉਸ ਟਾਈਮ 'ਚ ਰੇਲ ਦੀ ਪਟੜੀ ਸੀ ਉਹ ਦਿਖਾ ਰਿਹਾ ਤੁਹਾਨੂੰ ਉਸ ਟਾਈਮ ਦੀ। ਹਾਂ, ਇਹ ਹੁਣ ਸਰਕਾਰ ਵੱਲੋਂ ਉਹਦਾ ਜਿਹੜਾ ਹੈ ਮਾਡਲ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਵੀ ਇੱਥੋਂ ਜਿਹੜੀ ਟ੍ਰੇਨ ਜਿਹੜੀ ਸੀ ਉਹ ਜਾਂਦੀ ਹੁੰਦੀ ਸੀ ਕਸੂਰ ਤੱਕ ਜਿਹੜੀ ਹੈ। ਸਟਰਕਚਰ ਇਹ ਉਸ ਸਮੇਂ ਦਾ ਬਣਿਆ ਹੋਇਆ ਹੈ। ਹਾਂ, ਜਿਹੜਾ ਕੁਝ ਚੇਂਜ ਨਹੀਂ ਕੀਤਾ ਹੈ। ਇਹ ਜਿੰਨੀ ਤੁਸੀਂ ਬਿਲਡਿੰਗਾਂ ਦੇਖ ਰਹੇ ਹੋ ਸੰਗਤ ਜੀ ਸਾਰੀ ਬਿਲਡਿੰਗਾਂ ਉਸ ਸਮੇਂ ਦੀ ਬਣੀ ਹੋਈ ਹੈ। ਸਾਰਾ ਕੁਝ ਪੱਥਰ ਵੀ ਸਾਰੇ ਉਸ ਸਮੇਂ ਦੇ ਹੀ ਹੋਣਗੇ।
ਤੁਹਾਨੂੰ ਹਿਸਟਰੀ ਦੱਸਦੇ ਹਾਂ ਜੀ ਹੁਸਨਵਾਲ ਦੀ, ਜੋ ਇਸਦੀ ਹਿਸਟਰੀ ਸੀ। ਆ ਰੇਲਵੇ ਟਰੈਕ ਅੱਗੇ ਜਾਂਦਾ ਸੀ। ਅੰਕਲ ਜੀ, ਡਾਕਟਰ ਸਾਹਿਬ ਇਹ ਰੇਲਵੇ ਟਰੈਕ ਅੱਗੇ ਜਾਂਦਾ ਸੀ ਨਾ? ਹਾਂਜੀ, ਇਹ ਦਰਿਆ ਸੀ ਜੀ ਸਤਲੁਜ। ਇਹ ਜਿਹੜਾ ਸਾਹਮਣੇ ਪਿੱਲਰ ਦਿਖਾਈ ਦੇ ਰਿਹਾ ਹੈ, ਇਹ ਪਿੱਲਰ ਦੇ ਉੱਤੋਂ ਟ੍ਰੇਨ ਜਿਹੜੀ ਸੀ ਇੱਧਰ ਨੂੰ ਆਉਂਦੀ ਹੁੰਦੀ ਸੀ ਜੀ। ਇਹ ਪਿੱਲਰ ਨੇ ਅੱਗੇ ਸਤਲੁਜ ਦਰਿਆ ਪਹਿਲਾਂ ਇੱਥੇ ਸੀ, ਹੁਣ ਅੱਗੇ ਚਲਾ ਗਿਆ। ਉਹਦੇ ਵਿੱਚ ਹੁਣ ਵੀ ਪਿੱਲਰ ਜਿਹੜੇ ਨੇ ਖੜੇ ਨੇ। ਇਹ ਜਦੋਂ ਭਾਰਤ ਪਾਕ ਸੰਬੰਧ ਟੁੱਟੇ ਨੇ ਉਸ ਵੇਲੇ ਜਿਹੜੀ ਇਹ ਹੈ ਰੇਲਵੇ ਲਾਈਨ ਜਿਹੜੀ ਹੈ ਉਹ ਖਾੜ ਦਿੱਤੀ ਗਈ ਹੈ। ਖਾੜ ਦੀ ਦਿੱਤੀ ਗਈ ਹੈ। तो चलते हैं बाहर इसी तरह। ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਜਿਹੜੇ ਨੇ ਉਹ ਸਟੈਚੂ ਬਣੇ ਹੋਏ ਨੇ। ਇਹ ਉਹ ਸਥਾਨ ਹੈ ਜਿਸ ਵੇਲੇ 1971 ਦੀ ਵਾਰ ਹੋਈ ਹੈ ਤੇ ਇਹ ਸਾਰੇ ਏਰੀਏ ਨੂੰ ਡਿਸਟਰਾਏ ਕਰ ਦਿੱਤਾ ਸੀ ਔਰ ਇਹ ਏਰੀਆ ਜਿਹੜਾ ਸੀ ਇਹ ਪਾਕਿਸਤਾਨ ਦੇ ਕਬਜ਼ੇ ਵਿੱਚ ਆ ਗਿਆ ਸੀ ਔਰ ਇੱਥੇ ਜਿਹੜੇ ਬੁੱਤ ਸੀ ਉਹ ਵੀ ਪਾਕਿਸਤਾਨ ਵਾਲੇ ਲੈ ਗਏ ਸਨ। ਔਰ ਦੁਬਾਰਾ ਜਿਹੜਾ ਨੈਸ਼ਨਲ ਮੋਨੂਮੈਂਟ ਦਾ ਜਿਹੜਾ ਉਦਘਾਟਨ ਹੈ ਉਹ ਦੁਬਾਰਾ ਜਿਹੜਾ ਮਾਰਚ 1973 ਦੇ ਵਿੱਚ ਕੀਤਾ ਗਿਆ ਜੀ। ਤਾਂ ਉਹਨਾਂ ਦੀ ਜੋ ਜੋਤ ਹੈ ਉਹ ਕਿੱਥੇ ਸਾਹਮਣੇ ਉਹਨਾਂ ਦੀ ਜੋਤ ਹੈਗੀ? ਹਾਂਜੀ, ਆਪਾਂ ਉੱਥੇ ਹੀ ਚੱਲਦੇ ਹਾਂ। ਉੱਥੇ ਚੱਲਦੇ ਹਾਂ ਹਾਂ, ਉੱਪਰ ਸਮਾਧੀ ਤੇ। ਸਮਾਧੀ ਤੇ ਚੱਲਦੇ ਹਾਂ ਉਹਨਾਂ ਦੀ। ਹੁਣ ਆਪਾਂ ਉੱਥੇ ਜਾ ਰਹੇ ਹਾਂ ਜਿੱਥੇ ਸ਼੍ਰੀ ਬੀ.ਕੇ. ਦੱਤ ਜੀ ਦੀ ਸਮਾਧ ਹੈ। ਇਹ ਸ਼੍ਰੀ ਬੀ.ਕੇ. ਦੱਤ ਹੋਣੀ ਸਰਦਾਰ ਭਗਤ ਸਿੰਘ ਹੋਣਾ ਦੇ ਸਾਥੀ ਸਨ ਔਰ ਇਹਨਾਂ ਨੂੰ ਵੀ ਉਮਰ ਜੋ ਇੱਥੇ ਸਾਹਮਣੇ ਜੋ ਇਤਿਹਾਸ ਲਿਖਿਆ ਹੈ ਸੁਣਨ 'ਚ ਆ ਰਿਹਾ ਕਿ ਗਲਤ ਲਿਖਿਆ ਹੀ ਹੈ। ਨਹੀਂ, ਉਹ ਅੰਗਰੇਜ਼ੀ ਪੰਜਾਬੀ ਦਾ ਥੋੜ੍ਹਾ ਜਿਹਾ ਫਰਕ ਹੋ ਸਕਦਾ, ਹੋਰ ਕੋਈ ਇਹ ਬੀ.ਕੇ. ਦੱਤ ਦੀ ਸਮਾਧੀ ਹੈ ਜੀ। ਔਰ ਇਹਨਾਂ ਨੇ ਆਪਣੀ ਵਸੀਅਤ ਕੀਤੀ ਸੀ ਜਦੋਂ ਇਹਨਾਂ ਵੀ ਮੇਰੀ ਡੈਥ ਤੋਂ ਬਾਅਦ ਮੈਂ ਆਪਣੇ ਭਰਾਵਾਂ ਦੇ ਕੋਲੇ ਰਹਿਣਾ ਚਾਹੁੰਦਾ ਔਰ ਇਹਨਾਂ ਨੂੰ ਫਿਰ ਲਿਆ ਕੇ ਉਹਨਾਂ ਦਾ ਸੰਸਕਾਰ ਇੱਥੇ ਹੀ ਕੀਤਾ ਗਿਆ ਸੀ। ਔਰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿੱਥੇ ਮੇਰੇ ਭਰਾ ਗਏ ਨੇ ਮੈਂ ਉੱਥੇ ਰਹਿਣਾ ਚਾਹੁੰਦਾ, ਕਿਉਂਕਿ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦਾ ਅੰਤਿਮ ਸੰਸਕਾਰ ਇਸ ਜਗ੍ਹਾ 'ਤੇ ਹੋਇਆ ਹੈ ਔਰ ਉਹ ਵੀ ਇੱਥੇ ਜਿਹੜੇ ਸੀ ਜਿੱਥੇ ਹੁਣ ਅਸੀਂ ਜਾ ਰਹੇ ਹਾਂ। ਇਹ ਉਨ ਸ਼ਹੀਦਾਂ ਦੀ ਯਾਦ ਦੇ ਵਿੱਚ ਉਹ ਲਾਟ ਜਿਹੜੀ ਹੈ ਜਗ ਰਹੀ ਹੈ। ਸੰਗਤ ਜੀ ਤੁਸੀਂ ਦੇਖ ਸਕਦੇ ਹੋ आप शहीद भगत सिंह से ਹਾਂ, वो हैगी। ਇਹ ਉਹ ਸਥਾਨ ਹੈ ਜਿੱਥੇ ਮੰਨਿਆ ਜਾਂਦਾ ਹੈ ਵੀ ਉਹਨਾਂ ਨੂੰ ਇੱਥੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਸੀ ਕੀਤਾ ਗਿਆ। ਔਰ ਜਿਹੜਾ ਸਭ ਇੱਕ ਗੱਲ ਦੱਸੋ ਕਿ ਜੋ ਇੱਥੇ ਦਾ ਨਾਂ ਰੱਖਿਆ ਗਿਆ ਹੈ ਕੀ ਸੋਚੇ ਨਾਂ ਰੱਖਿਆ ਗਿਆ ਹੈ ਕਿ ਇਹਦੇ ਵਿੱਚ ਹਿਸਟਰੀ ਹੈਗੀ ਜਾਂ ਕੋਈ ਗੱਲ ਹੋਈ ਸੀ ਇਹਦੇ ਵਿੱਚ? ਇੱਥੇ ਸੰਸਕਾਰ ਉਹਨਾਂ ਦਾ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਸੰਸਕਾਰ ਕੀਤਾ ਗਿਆ। ਨਾਮ ਮੈਂ ਪੁੱਛਿਆ ਹੁਸਨ ਵਾਲੇ ਨਾਮ ਕਿੱਦਾਂ ਪਿਆ? ਹੁਸੈਨੀ ਵਾਲਾ ਤੇ ਇੱਕ ਪਿੰਡ ਹੈ ਜੀ। ਅੱਛਾ, ਉਸ ਕਰਕੇ ਇਸ ਥਾਂ ਦਾ ਨਾਂ ਜਿਹੜਾ ਹੈ ਉਹ ਹੁਸੈਨੀ ਵਾਲਾ ਇੱਕ ਪਿੰਡ ਹੈ। ਹਾਂ, ਏਰੀਆ ਜਿਹੜਾ ਹੈ ਹੁਸੈਨੀ ਵਾਲਾ ਪਿੰਡ ਦੇ ਹੱਦ ਬਸਤ ਦੇ ਵਿੱਚ ਆਉਂਦਾ ਹੈ। ਸਾਹਮਣੇ ਭਗਤ ਸਿੰਘ ਦੇ ਵੀ ਪੁਤਲੇ ਬਣੇ ਹੋਏ ਨੇ, ਦੇਖ ਲਓ ਦਿਖਾ ਸਕਦੇ ਤੁਹਾਨੂੰ। ਡਾਕਟਰ ਸਾਹਿਬ ਮੈਨੂੰ ਤਾਂ ਸੁਣਨ 'ਚ ਆ ਸੀ ਕਿ ਇੱਥੇ ਇੱਕ ਫੌਜੀ ਸੀ ਹੁਸਨ ਵਾਲਿਆ, ਉਹਦੀ ਡੈਥ ਦੇ ਬਾਅਦ ਇੱਥੇ ਦਾ ਨਾਮ ਹੁਸਨ ਵਾਲਿਆ ਰੱਖਿਆ ਗਿਆ। ਇੱਦਾਂ ਦਾ ਕੋਈ ਹੈਗਾ? ਨਹੀਂ, ਵੇਖੋ ਜਿਹੜੇ ਪੁਰਾਣੇ ਪਿੰਡ ਨੇ ਨਾ ਇਹ ਤਕਰੀਬਨ ਜਿਹੜਾ ਸੀ ਪਹਿਲਾਂ ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਜਾਂ ਜਦੋਂ ਮੁਗਲ ਸ਼ਾਸਕ ਆਏ ਨੇ ਇੱਥੇ ਮੁਸਲਮਾਨਾਂ ਦੇ ਨਾਂ 'ਤੇ ਬਹੁਤ ਪਿੰਡ ਨੇ। ਬਹੁਤ ਵੱਡਾ ਸਰਕਾਰੀ ਤੌਰ 'ਤੇ ਫੰਕਸ਼ਨ ਕੀਤਾ ਜਾਂਦਾ ਹੈ ਕਿਉਂਕਿ ਇਹ ਨੈਸ਼ਨਲ ਮੋਨੂਮੈਂਟ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਵੀ ਇੱਥੇ ਆਉਂਦੇ ਰਹੇ ਨੇ ਵੱਖ-ਵੱਖ ਸਮੇਂ 'ਤੇ। ਸੈਂਟਰ ਗਵਰਨਮੈਂਟ ਦੇ ਜਿਹੜੇ ਬਹੁਤ ਵੱਡੇ ਅਧਿਕਾਰੀ, ਬਹੁਤ ਵੱਡੇ ਅਫਸਰ ਔਰ ਕੇਂਦਰੀ ਮੰਤਰੀ ਤੱਕ ਵੀ ਜਿਹੜੇ ਨੇ ਇੱਥੇ ਉਹ ਆਉਂਦੇ ਰਹੇ ਨੇ। ਔਰ ਤੁਹਾਨੂੰ ਇੱਕ ਖੁਸ਼ਖਬਰੀ ਹੋਰ ਦੱਸਦੀ ਹੈ, ਅਸੀਂ ਇੱਥੇ ਪਹੁੰਚੇ ਸੀ ਔਰ ਸਾਡੇ ਨਾਲ ਇੱਥੇ ਜਤਿੰਦਰ ਸਿੰਘ ਸੰਟੀ ਜੀ ਸ਼੍ਰੀ ਪਦਮ ਸ਼੍ਰੀ ਅਵਾਰਡ ਦੇ ਜੋ ਹੈਗੇ ਉਹਨਾਂ ਦਾ ਵੀ ਇੰਟਰਵਿਊ ਤੁਹਾਨੂੰ ਦਿਖਾਵਾਂਗੇ ਇਹਦੇ ਨਾਲ। ਚੱਲਦੇ ਹਾਂ ਅੱਗੇ। ਹਾਂ, ਡਾਕਟਰ ਜਤਿੰਦਰ ਸਿੰਘ ਸੰਟੀ ਜੀ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਕੋਵਿਡ ਦੇ ਦੌਰਾਨ ਦਿੱਲੀ ਦੇ ਵਿੱਚ ਸ਼ਹੀਦ ਭਗਤ ਸਿੰਘ ਸੇਵਾ ਦਲ ਜਿਹੜਾ ਬਣਾਇਆ ਹੈ, ਉਹਨਾਂ ਨੇ ਇੰਨੀਆਂ ਲਾਸ਼ਾਂ ਦਾ ਸੰਸਕਾਰ ਕੀਤਾ ਹੈ। ਉਹ ਕੰਮ ਜਿਹੜਾ ਕੋਈ ਵੀ ਸ਼ਾਇਦ ਨਹੀਂ ਸੀ ਕਰ ਸਕਦਾ। ਪਰਮਾਤਮਾ 'ਤੇ ਉਹਨਾਂ ਦੀ ਬਹੁਤ ਵੱਡੀ ਕਿਰਪਾ ਹੋਈ ਹੈ ਵੀ ਉਹਨਾਂ ਨੇ ਉਹਨਾਂ ਲਾਸ਼ਾਂ ਦਾ ਸੰਸਕਾਰ ਕਰਨਾ, ਉਹਨਾਂ ਦੇਹਾਂ ਨੂੰ ਸੰਭਾਲਣਾ, ਮੋਰਚੀ ਦੇ ਵਿੱਚ ਰੱਖਣਾ ਔਰ ਉਹਨਾਂ ਨੇ ਦਿੱਲੀ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ। ਅੱਜ ਉਹ ਇੱਥੇ ਆਏ ਨੇ। ਇਹ ਜਿਹੜੇ ਸਮਾਰਕ ਜਿਹੜੇ ਬਣੇ ਹੋਏ ਨੇ, ਜਿਹੜੀ 1971 ਦੇ ਵਿੱਚ ਵਾਰ ਹੋਈ ਹੈ ਉਹਦੇ ਜਿਹੜੇ ਸ਼ਹੀਦ ਨੇ ਇਹ ਉਹਨਾਂ ਦੀ ਯਾਦ ਵਿੱਚ ਹੈ। ਔਰ ਇਹ ਜਿਹੜਾ ਟਾਵਰ ਸੀ ਇਹਨੂੰ ਵੀ ਕੈਸਰੇ ਹਿੰਦ ਟਾਵਰ ਜਿਹੜਾ ਕਿਹਾ ਜਾਂਦਾ ਸੀ।
ਇਹ ਜਿਹੜੀਆਂ ਨੇ ਦਿਖਾਈ ਦੇ ਰਹੀਆਂ ਨੇ, ਇਹ ਗੋਲੀਆਂ ਦੇ ਨਿਸ਼ਾਨ ਜਿਹੜੇ ਨੇ ਲੱਗੇ ਹੋਏ ਨੇ। ਇਹ ਜਦੋਂ 65 ਤੇ 71 ਦੀ ਵਾਰ ਹੋਈ ਹੈ, ਇਹ ਗੋਲੀਆਂ ਦੇ ਨਿਸ਼ਾਨ ਜਿਹੜੇ ਨੇ, ਗੋਲੀਆਂ ਦੇ ਨਿਸ਼ਾਨ ਜਿਹੜੇ ਨੇ ਲੱਗੇ ਹੋਏ ਗੋਲੇ ਦੇ ਨੇ। ਨਿਸ਼ਾਨ ਸਾਫ਼ ਦਿਖ ਰਹੇ ਨੇ, ਗੋਲੇ ਦੇ ਨਿਸ਼ਾਨ। ਤਾਂ ਇਹ ਜਿਹੜਾ ਅਸੀਂ ਪਾਰਕ ਦੇਖ ਰਹੇ ਹਾਂ, ਸ਼੍ਰੀ ਕੁਲਦੀਪ ਨਈਅਰ ਜੀ ਜਿਸ ਵੇਲੇ ਰਾਜ ਸਭਾ ਦੇ ਮੈਂਬਰ ਸਨ, ਉਹਨਾਂ ਨੇ 2 ਕਰੋੜ ਰੁਪਇਆ ਦਿੱਤਾ ਸੀ ਇਸ ਥਾਂ ਦੇ ਸੁੰਦਰੀਕਰਨ ਵਾਸਤੇ। ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ, ਕਿਉਂਕਿ ਇਸ ਥਾਂ ਨੂੰ ਬੜਾ ਸੁੰਦਰ ਬਣਾਇਆ ਗਿਆ। ਪ੍ਰਸ਼ਾਸਨ ਦਾ ਵੀ ਬਹੁਤ ਵੱਡਾ ਰੋਲ ਹੈ, ਪਰੰਤੂ ਮੇਨ ਰੋਲ ਜਿਹੜਾ ਕੁਲਦੀਪ ਨਈਅਰ ਜੀ, ਉਹਨਾਂ ਨੇ ਆਪਣੇ ਫੰਡ ਦੇ ਵਿੱਚੋਂ 2 ਕਰੋੜ ਰੁਪਇਆ ਜਿਹੜਾ ਸੀ ਦਿੱਤਾ ਸੀ। ਹੁਣ ਅਸੀਂ ਮਾਤਾ ਵਿਦਿਆਵਤੀ ਜੀ ਜਿਹੜੇ ਸਰਦਾਰ ਭਗਤ ਸਿੰਘ ਜੀ ਹੁਣਾਂ ਦੇ ਮਾਤਾ ਜੀ ਸਨ, ਉਹਨਾਂ ਦੇ ਸਥਾਨ ਵੱਲ ਨੂੰ ਜਾ ਰਹੇ ਹਾਂ। ਸਰਦਾਰ ਭਗਤ ਸਿੰਘ ਦੇ ਮਾਤਾ ਜੀ ਮਾਤਾ ਵਿਦਿਆਵਤੀ ਜੀ, ਉਹਨਾਂ ਨੇ ਵੀ ਵਸੀਅਤ ਇਹ ਕੀਤੀ ਸੀ ਕਿ ਮੈਂ ਆਪਣੇ ਬੱਚਿਆਂ ਕੋਲੇ ਰਹਿਣਾ ਚਾਹੁੰਦੀ ਹਾਂ। ਇਸ ਕਰਕੇ ਮਾਤਾ ਜੀ ਦਾ ਸੰਸਕਾਰ ਜਿਹੜਾ ਸੀ ਇੱਥੇ ਕੀਤਾ ਗਿਆ, ਔਰ ਉਹਨਾਂ ਦੀ ਸਮਾਧੀ ਜਿਹੜੀ ਸੀ ਉਹ ਇੱਥੇ ਬਣਾਈ ਗਈ। ਆ ਸਮਾਧੀ ਪੰਜਾਬ ਮਾਤਾ ਜਿੱਥੇ ਅਸੀਂ ਇਸ ਵੇਲੇ ਖੜ੍ਹੇ ਹਾਂ, ਪੂਰਾ ਹੀ ਮੈਂ ਪੜ੍ਹ ਕੇ ਸੁਣਾਉਣਾ। ਸ਼੍ਰੀਮਤੀ ਵਿਦਿਆਵਤੀ ਦਾ ਜਨਮ ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ। ਆਪ ਇੱਥੇ ਹੀ ਵੱਡੇ ਹੋਏ ਅਤੇ ਮੁੱਢਲੀ ਵਿੱਦਿਆ ਇੱਥੋਂ ਹੀ ਪ੍ਰਾਪਤ ਕੀਤੀ। ਆਪ ਜੀ ਦਾ ਵਿਆਹ ਖਟਕੜ ਕਲਾਂ ਦੇ ਸਰਦਾਰ ਕਿਸ਼ਨ ਸਿੰਘ ਸਪੁੱਤਰ ਸਰਦਾਰ ਅਰਜਨ ਸਿੰਘ ਨਾਲ ਹੋਇਆ। ਆਪ ਦੇ ਬੱਚਿਆਂ ਦਾ ਵੇਰਵਾ ਇਸ ਅਨੁਸਾਰ ਹੈ। ਵੱਡੇ ਸਰਦਾਰ ਜਗਤ ਸਿੰਘ ਜੀ, ਫਿਰ ਭਗਤ ਸਿੰਘ ਜੀ, ਸ਼੍ਰੀ ਕੁਲਬੀਰ ਸਿੰਘ ਜੀ, ਸ਼੍ਰੀ ਕੁਲਤਾਰ ਸਿੰਘ ਜੀ, ਸ਼੍ਰੀ ਰਣਬੀਰ ਸਿੰਘ ਜੀ, ਸ਼੍ਰੀ ਰਜਿੰਦਰ ਸਿੰਘ ਜੀ, ਬੀਬੀ ਅਮਰ ਕੌਰ ਜੀ, ਬੀਬੀ ਸੁਮਿਤਰਾ ਜੀ, ਬੀਬੀ ਸ਼ਕੁੰਤਲਾ ਜੀ। ਭਾਰਤ ਸਰਕਾਰ ਵੱਲੋਂ 1973 ਵਿੱਚ ਆਪ ਜੀ ਨੂੰ ਪੰਜਾਬ ਮਾਤਾ ਦੇ ਖਿਤਾਬ ਨਾਲ ਸਨਮਾਨਿਆ ਗਿਆ। ਆਪ ਜੂਨ 1974 ਨੂੰ ਸਵਰਗਾਸ ਹੋ ਗਏ। ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਦੀ ਸਮਾਧੀ ਕੌਮ ਦੇ ਸ਼ਹੀਦਾਂ ਦੀਆਂ ਸਮਾਧੀਆਂ ਨਾਲ ਬਣਾਈ ਗਈ। ਇਹ ਜਿਹੜੀ ਸਮਾਧੀ ਉਹਨਾਂ ਦੀ ਇਹ ਜਿਹੜੀ ਜਿੱਥੇ ਹੁਣ ਅਸੀਂ ਖੜ੍ਹੇ ਹਾਂ, ਇਹ ਸਮਾਧੀ ਪੰਜਾਬ ਮਾਤਾ ਦੀ ਹੈ, ਪੰਜਾਬ ਮਾਤਾ ਵਿਦਿਆਵਤੀ ਦੀ, ਕਿਉਂਕਿ ਉਹਨਾਂ ਦੀ ਇਹ ਦਿਲੀ ਇੱਛਾ ਸੀ ਕਿ ਮੈਂ ਆਪਣੇ ਬੱਚਿਆਂ ਦੇ ਕੋਲੇ ਰਹਿਣਾ ਚਾਹੁੰਦੀ ਹਾਂ। ਇਸ ਲਈ ਉਹਨਾਂ ਦੀ ਸਮਾਧੀ ਜਿਹੜੀ ਸੀ ਇੱਥੇ ਬਣਾਈ ਗਈ ਜੀ। ਆ ਤੁਸੀਂ ਸੰਗਤ ਜੀ ਤੁਹਾਨੂੰ ਦਿਖਾ ਰਹੇ ਹਾਂ, ਜੋ ਟ੍ਰੇਨ ਦਾ ਅਸੀਂ ਦੱਸਿਆ ਸੀ, ਰੇਲ ਜੋ ਟ੍ਰੇਨ ਜਾਂਦੀ ਸੀ ਉਹਦਾ ਪੁਲ, ਔਰ ਅਸੀਂ ਉੱਥੇ ਸੀ ਜੋ ਤੁਹਾਨੂੰ ਉੱਥੇ ਦਿਖ ਰਿਹਾ ਹੈ। ਤਾਂ ਪੂਰਾ ਤੁਹਾਨੂੰ ਦਿਖਾ ਰਹੇ ਹਾਂ ਅਸੀਂ। ਤਾਂ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਲਈ। ਧੰਨਵਾਦ ਤੁਹਾਡਾ। ਧੰਨਵਾਦ ਜੀ, ਮੈਂ ਤੁਹਾਡਾ ਵੀ ਰਿਣੀ ਹਾਂ। ਦੀ ਸਿੰਘ ਨਿਊਜ਼ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ। ਇਹ ਸ਼ੰਟੀ ਸਾਹਿਬ ਦੇ ਨਾਲ ਆਏ ਨੇ ਔਰ ਸੰਗਤਾਂ ਨੂੰ ਇਹ, ਕਿਉਂਕਿ ਨੈਸ਼ਨਲ ਮੋਨੂਮੈਂਟ ਹੈ, ਸਰਦਾਰ ਭਗਤ ਸਿੰਘ ਦਾ ਜਿਹੜਾ ਸੁਨੇਹਾ ਹੈ ਉਹ ਆਪਣੇ ਚੈਨਲ ਰਾਹੀਂ ਇਹ ਘਰ ਘਰ ਪਹੁੰਚਾਉਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। भारत माता की भारत माता की वंदे मातरम वंदे मातरम। भारत माता की भारत माता की शहीद आजम भगत सिंह अमर रहे, अमर रहे, सुखदेव अमर रहे। हमारे हम वहाँ जा रहे हैं जोत पे, आप यहाँ जाओ। हम लैंप पे जा रहे हैं, वहाँ आ जाएंगे उसके बाद आप। ग्रुप की फोटो ले लो, ग्रुप की फोटो लेके आओ, ग्रुप की फोटो लेके आओ। बेचारे ने एग्जाम किया टीम पूरी बनाओ यार, पूरी टीम आ जाएगी। पूरी टीम आ रही है, अद्धी अद्धी आएगी, अद्धी उत्तर रहेगी। ओ इधर आओ, अद्धे इधर आ जाओ, अद्धे इधर आ जाओ, नीचे बैठो। सारे अपने हाथ जोड़ेंगे ऐसे, पिक्चर तो बनेगी। मोमबत्ती किसके पास है? ये आप देख रहे हैं लगातार अमरनाथ जोत चल रही है। शहीद भगत सिंह सेवा दल यहाँ पर आज नतमस्तक होने आया है। कोरोना काल के अकाल मृत्यु चले जाने पर लोगों के द्वारा यहाँ पर आज उनकी आत्मा की शांति के लिए आज यहाँ पर ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਵਾਰੀਅਰ, ਚਾਹੇ ਉਹ ਸੋਸ਼ਲ ਵਰਕਰ ਸੀ,
ਸ਼ਹੀਦ ਭਗਤ ਸਿੰਘ ਸੇਵਾ ਦਲ ਵਰਗੇ ਡਰਾਈਵਰ, ਸ਼ਮਸ਼ਾਨ ਘਾਟ ਦੇ ਕੰਮ ਕਰਨ ਵਾਲੇ, ਪੁਲਿਸ ਵਾਲੇ, ਸਿਵਲ ਡਿਫੈਂਸ ਵਾਲੇ, ਡਾਕਟਰ, ਨਰਸਿਸ, ਬਹੁਤ ਇਹੋ ਜਿਹੇ ਸੇਵਾਦਾਰ ਚਲੇ ਗਏ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਆਪਣੇ ਆਪ ਨੂੰ ਸ਼ਹੀਦ ਕਰਵਾ ਲਿਆ ਪਰ ਸੇਵਾ ਨਹੀਂ ਛੱਡੀ। ਸਾਡੇ ਸ਼ਹੀਦ ਭਗਤ ਸਿੰਘ ਸੇਵਾ ਦਲ ਦਾ ਵੀ ਇੱਕ ਡਰਾਈਵਰ ਸ਼ਹੀਦ ਹੋਇਆ। ਅਸੀਂ ਸਾਰੇ ਉਹਦੇ 'ਚ ਪੋਜ਼ਿਟਿਵ ਹੋਏ ਲੇਕਿਨ ਵਾਹਿਗੁਰੂ ਨੇ ਬਚਾਤਾ। ਲੇਕਿਨ 4000 ਡੈੱਡ ਬੋਡੀਆਂ ਸ਼ਹੀਦ ਭਗਤ ਸਿੰਘ ਸੇਵਾ ਦਲ ਨੇ ਪਹਿਲੀ ਅਤੇ ਦੂਜੀ ਕੋਵਿਡ ਲਹਿਰ ਦੇ ਵਿੱਚ ਸੇਵਾ ਕੀਤੀ ਔਰ ਅੱਜ ਪੂਰੀ ਦੁਨੀਆ ਦੇ ਵਿੱਚ ਉਹ ਇੱਕ ਨਾਮ ਜਾ ਰਿਹਾ ਕਿ ਸ਼ਹੀਦ ਭਗਤ ਸਿੰਘ ਸੇਵਾ ਦਲ ਨੇ ਉਹ ਸੇਵਾ ਕੀਤੀ। ਇਹਦੇ ਨਾਲ ਨਾਲ ਅਸੀਂ ਪ੍ਰੇਅਰ ਕਰ ਰਹੇ ਹਾਂ ਕਿ ਸੱਚੇ ਪਾਤਸ਼ਾਹ ਜੋ ਕਰੋਨਾ ਦੇ ਵਿੱਚ ਅਕਾਲ ਮ੍ਰਿਤੂ ਲੋਕ ਮਰੇ ਨੇ, ਛੋਟੇ ਛੋਟੇ ਬੱਚੇ ਅਨਾਥ ਹੋ ਗਏ ਜੀ ਔਰ ਕਈ ਮਾਂ-ਬਾਪ ਐਸੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਚਲੇ ਗਏ ਜੀ, ਕਈ ਭੈਣਾਂ ਵਿਧਵਾ ਹੋ ਗਈਆਂ, ਕਈ ਮਾਵਾਂ ਦੀ ਗੋਦ ਸੁਣੀ ਹੋ ਗਈ, ਅਕਾਲ ਜਿਹਨੂੰ ਕਹਿੰਦੇ ਨੇ। ਉਹ ਖਾਸ ਕਰਕੇ ਦਿੱਲੀ ਰਾਸ਼ਟਰੀ ਰਾਜਧਾਨੀ ਦੇ ਵਿੱਚ ਲੋਕਾਂ ਨੇ ਅੱਖਾਂ ਚੱਕ ਕੇ ਦੇਖਿਆ ਲੇਕਿਨ ਉਹਨਾਂ ਨੂੰ ਕਿਤੋਂ ਮਦਦ ਨਹੀਂ ਮਿਲੀ। ਉਸ ਵੇਲੇ ਲਾਸ਼ਾਂ ਚੁੱਕਣ ਵਾਸਤੇ ਸ਼ਹੀਦ ਭਗਤ ਸਿੰਘ ਸੇਵਾ ਦਾ ਲੱਗਿਆ ਆ। ਆਪਣੀਆਂ 18 ਦੀ 18 ਗੱਡੀਆਂ ਲਗਾਈਆਂ ਸੀ ਉੱਥੇ, ਐਂਬੂਲੈਂਸਾਂ, ਸ਼ਵ ਵਾਹਨ, ਪੂਰਾ ਇੱਕ ਸ਼ਮਸ਼ਾਨ ਘਾਟ ਸੰਭਾਲਿਆ ਔਰ ਉੱਥੇ ਅਸੀਂ 4000 ਡੈੱਡ ਬੋਡੀ ਦਾ ਕ੍ਰਿਮੇਸ਼ਨ ਕੀਤਾ। ਅੱਜ ਅਸੀਂ ਪ੍ਰੇਅਰ ਕਰ ਰਹੇ ਹਾਂ ਭਗਤ ਸਿੰਘ ਜੀ ਦੇ ਇੱਥੇ ਅਰਦਾਸ ਕੀਤੀ ਹੈ ਕਿ ਭਗਤ ਸਿੰਘ ਜੀ ਜਦੋਂ ਤੁਸੀਂ ਕੁਰਬਾਨੀ ਦਿੱਤੀ ਸੀ ਉਸ ਵੇਲੇ ਉਸ ਸੈਕਰੀਫਾਈਸ ਦੀ ਲੋੜ ਸੀ, ਉਸ ਲੋੜ ਨੂੰ ਦੇਖਦੇ ਹੋ ਤੁਸੀਂ ਉੱਥੇ ਆਪਣੀ ਕੁਰਬਾਨੀ ਦਿੱਤੀ। ਅੱਜ ਜੋ ਲੋੜ ਸੀ ਕਰੋਨਾ ਵੇਲੇ ਆਪਣਾ ਸੈਕਰੀਫਾਈਸ ਕਰਨ ਦੀ, ਉਹ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਵਾਰੀਅਰਸ ਨੇ ਕੀਤੀ। ਸਾਡੇ ਉਹਨਾਂ ਸੇਵਾ ਦਲ ਨੇ ਇੱਥੇ ਆ ਕੇ ਅੱਜ ਪ੍ਰਾਰਥਨਾ ਕੀਤੀ ਹੈ, ਪ੍ਰੇਅਰ ਕੀਤੀ ਹੈ, ਟ੍ਰਿਬਿਊਟ ਕੀਤਾ ਹੈ ਤੇ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਇਹੋ ਜਿਹਾ ਕਹਿਰ ਸਾਡੇ ਹਿੰਦੁਸਤਾਨ 'ਚ ਦੁਬਾਰਾ ਨਾ ਆਏ। ਅੱਜ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸਾਰਾ ਜੱਥਾ ਸਾਡਾ ਫਿਰੋਜ਼ਪੁਰ ਹੁਸੈਨੀ ਵਾਲਾ ਇਸ ਕਰਕੇ ਆਇਆ ਸੀ ਜੀ। ਕਿੰਨੇ ਮੈਂਬਰਸ ਆਏ ਜੀ ਜਿੱਥੇ ਨਾਲ? ਸਾਡੇ ਟੋਟਲ 60 ਮੈਂਬਰ ਆਏ ਦਿੱਲੀ ਤੋਂ ਜੀ ਔਰ ਇਹ ਹਮੇਸ਼ਾ ਹੀ ਸਾਡੇ ਇੰਨੇ ਆਉਂਦੇ ਹਨ। ਐਤਕੀ ਥੋੜ੍ਹੇ ਹੋਰ ਘੱਟ ਹੋਏ ਆ ਬਲਕਿ ਕਿਉਂਕਿ ਕੋਵਿਡ ਕਰਕੇ ਕੋਈ ਪੋਜ਼ਿਟਿਵ ਸੀ, ਸੋ ਗੱਲਾਂ ਨੇ। ਲੇਕਿਨ ਵਾਹਿਗੁਰੂ ਨੇ ਸਾਡੇ ਬਖਸ਼ਿਸ਼ ਕੀਤੀ ਹੈ, ਸਾਡੀ ਮੀਡੀਆ ਨੇ, ਪ੍ਰਸ਼ਾਸਨ ਨੇ ਹਰ ਤਰੀਕੇ ਨਾਲ ਸਾਡੀ ਬਹੁਤ ਮਦਦ ਕੀਤੀ ਹੈ। ਅਸੀਂ ਬਿਲਕੁਲ ਸਮਾਜਿਕ ਤੌਰ 'ਤੇ ਆਪਣੇ ਮਨ ਦੀ ਗੱਲ ਰੱਖਣ ਵਾਸਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਸਮਾਧੀ 'ਤੇ ਆਏ ਹਾਂ ਔਰ ਇਹ ਟ੍ਰਿਬਿਊਟ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡਾ ਦੇਸ਼ ਦੇ ਵਿੱਚ ਇਹੋ ਜਿਹਾ ਕਹਿਰ ਕਦੀ ਨਾ ਆਏ। ਭਾਰਤ ਮਾਤਾ ਕੀ ਜੈ। ਸੰਗਤ ਜੀ, ਚਲੋ ਤੁਹਾਨੂੰ ਅਸੀਂ ਹੁਸਨਵਾਲ ਦੀ ਪੂਰੀ ਹਿਸਟਰੀ ਦੱਸੀ। ਹੁਣ ਚੱਲਦੇ ਹਾਂ ਬਾਰਡਰ, ਜੋ ਪਾਕਿਸਤਾਨ ਔਰ ਇੰਡੀਆ ਦਾ ਬਾਰਡਰ ਹੈਗਾ ਉਹਦੇ ਦੀ ਪੂਰੀ ਤੁਹਾਨੂੰ ਦੱਸਾਂਗੇ। ਉਹਦੇ ਬਾਅਦ ਫਿਰ ਅਸੀਂ ਹੁਸਨਵਾਲ ਆਵਾਂਗੇ, ਤੁਹਾਨੂੰ ਇੱਥੇ ਹੀ ਐਂਡ ਕਰਕੇ ਦਿਖਾਵਾਂਗੇ, ਇੱਥੇ ਹੀ ਤੁਹਾਨੂੰ ਹਿਸਟਰੀ ਦੱਸਾਂਗੇ। ਤਾਂ ਚੱਲਦੇ ਹਾਂ ਸੰਗਤ ਜੀ ਅੱਗੇ। ਔਰ ਅਸੀਂ ਖੜੇ ਹਾਂ ਪਾਕਿਸਤਾਨ ਇੰਡੀਆ ਦੇ ਬਾਰਡਰ ਦੇ ਵਿੱਚ। ਗਾਣਾ ਲਿਖਾ ਹੈ ਇੰਡੀਆ ਔਰ ਪਾਕਿਸਤਾਨ ਦੇ ਬਾਰਡਰ ਦੇ ਵਿੱਚ ਅਸੀਂ ਦਿਖਾਵਾਂਗੇ ਸਾਡੇ ਪਿੱਛੇ ਇਹ ਇੰਡੀਆ ਦਾ ਫਲੈਗ। ਅਸੀਂ ਇਸ ਸਾਈਡ ਇੰਡੀਆ ਔਰ ਉਸ ਸਾਈਡ ਦਿਖਾਣਾ ਚਾਹਾਂਗੇ ਤੁਹਾਨੂੰ ਉਸ ਸਾਈਡ ਪੂਰਾ जो हैगा पाकिस्तान साइड देख बॉर्डर दिख रहा होगा अगर जूम कर रहा मैं तो, अगर नहीं दिख रहा पॉसिबल है तो देख रहे हैं चल दे संगत जी अंदर चलते हैं, देखते अंदर जाके अगर तुहानू और पॉसिबल होया तो और दिखावांगे। म्यूजियम अंदर दिखाने जा रहे हैं, बॉर्डर सिक्योरिटी फोर्स हुसनवालिया म्यूजियम। तो इस म्यूजियम का नाम हुसनवालिया म्यूजियम है। अंदर चलते हैं, म्यूजियम के बारे दसांगे। म्यूजियम च बहुत तरह की गन्स देखने को मिलनी है, तैयार असला जो होंदा है। तो चलते हैं म्यूजियम के अंदर। ये म्यूजियम का बिल्कुल है, म्यूजियम की सीढ़ी चल रहे हैं, म्यूजियम दिख रहा होगा ऊपर। शहीद सुखदेव के बारे पूरा लिखाया गया है यहाँ पे म्यूजियम में। शहीद आजम भगत सिंह, इनके बारे में पूरा यहाँ पर लिखा गया है अच्छी तरह।
पाकिस्तान और ये इंडिया, दोनों के बॉर्डर साइड, उस साइड जो वो है वो पाकिस्तान का गेट है और इस साइड इंडिया का गेट है। दोनों की लाइन बीच में झंडे दोनों दिखा दें। संगत जी ਤੁਹਾਨੂੰ ਜਿੱਦਾਂ ਅਸੀਂ ਦਿਖਾਇਆ ਪੂਰੀ ਹਿਸਟਰੀ ਦੱਸੀ, ਤਾਂ ਤੁਹਾਨੂੰ ਸਾਡਾ ਮਸਲਾ ਇਹ ਹੈ ਦਿਖਾਉਣ ਦਾ ਕਿ ਇੱਥੇ ਦੀ ਹਿਸਟਰੀ ਤੁਸੀਂ ਵੀ ਦੇਖਣ ਆਓ ਔਰ ਨਾਲਦਿਆਂ ਨੂੰ ਵੀ ਲੈ ਕੇ ਆਓ ਹਿਸਟਰੀ ਦਿਖਾਉਣ। ਹਿਸਟਰੀ ਦੇਖਣ ਸਾਡਾ ਹੱਕ ਹੈਗਾ ਔਰ ਅਸੀਂ ਉਹਨੂੰ ਭੁੱਲ ਜਾਈਏ ਜਿਹਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ, ਤਾਂ ਇਹ ਗਲਤ ਹੈਗਾ। ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਔਰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ।